Good evening everyone. I am Sharon. I welcome you all on the official channel of Erudition Studies. आज काफ़ी दिन बाद अपना सेशन आ रहा है करंट अफेयर का, है ना. Actually I was out of station because of some family rituals. That is why ਉੱਥੇ रिकॉर्डिंग हो नहीं सकती सी. ਤੇ ਅੱਜ ਜੋ ਆਪਾਂ 11 ਤੋਂ 15 ਤੱਕ ਦੇ ਸਾਰੇ ਹੀ ਇੰਪੋਰਟੈਂਟ ਕਰੰਟ ਅਫੇਅਰਸ ਨੂੰ ਡਿਸਕਸ ਕਰ ਲੈਣਾ ਹੈ. ਆਲਰਾਈਟ. ਐਂਡ ਅਗਰ ਕੁਝ ਕੁਐਸਚਨਸ ਰਹਿ ਜਾਣਗੇ ਤਾਂ ਉਹਨੂੰ ਮੈਂ ਨੈਕਸਟ ਸਲਾਈਡ ਜਦੋਂ ਆਏਗੀ ਨਾ ਉਸ ਦੇ ਵਿੱਚ ਦੇ ਦੂੰਗੀ. ਆਲਰਾਈਟ. ਤਾਂ ਫਿਰ ਆਪਾਂ ਅੱਜ ਦੇ ਸੈਸ਼ਨ ਨੂੰ ਬਿਨਾਂ ਦੇਰੀ ਤੋਂ ਸਟਾਰਟ ਕਰਦੇ ਹਾਂ, ਹੈ ਨਾ. ਓਕੇ, ਫਰਸਟ ਕੁਐਸਚਨ ਦੇਖਾਂਗੇ. ਵੈਨ ਵਰਲਡ ਸੁਇਸਾਈਡ ਪ੍ਰੀਵੈਂਸ਼ਨ ਡੇ ਇਜ਼ ਆਬਜ਼ਰਵਡ, ਤਾਂ ਪੂਰੀ ਦੁਨੀਆ ਦੇ ਵਿੱਚ ਜੋ ਆਤਮ ਹੱਤਿਆ ਨੂੰ ਪ੍ਰੀਵੈਂਟ ਕਰਨ ਦੇ ਲਈ ਇੱਕ ਦਿਨ ਮਨਾਇਆ ਜਾਂਦਾ ਹੈ, ਇਸ ਨੂੰ ਕਦੋਂ ਮਨਾਇਆ ਗਿਆ? ਇਸ ਨੂੰ ਮਨਾਇਆ ਗਿਆ 10 ਸੈਪਟੈਂਬਰ 10th of ਸੈਪਟੈਂਬਰ ਨੂੰ. ਠੀਕ ਹੈ, ਹਰ ਸਾਲ ਹੀ ਇਸ ਨੂੰ ਮਨਾਇਆ ਜਾਂਦਾ ਹੈ. ਇਸ ਦਾ ਆਬਜੈਕਟਿਵ ਕੀ ਹੁੰਦਾ ਹੈ ਕਿ ਲੋਕਾਂ ਦੇ ਵਿੱਚ ਮੈਂਟਲ ਹੈਲਥ ਦੇ ਲਈ ਐਂਡ ਸੁਇਸਾਈਡ ਨੂੰ ਪ੍ਰੀਵੈਂਟ ਕਰਨ ਦੇ ਲਈ ਅਵੇਅਰਨੈਸ ਨੂੰ ਫੈਲਾਇਆ ਜਾ ਸਕੇ. ਕਿਉਂਕਿ ਤੁਹਾਨੂੰ ਪਤਾ ਹੈ ਅਗਰ ਕੋਈ ਇਨਸਾਨ ਮੈਂਟਲੀ ਇਨਸਟੇਬਲ ਹੋ ਜਾਂਦਾ ਹੈ, ਠੀਕ ਹੈ, ਉਹਨੂੰ ਆਪਣੀ ਜੋ ਥੋਟਸ ਦੇ ਉੱਪਰ ਕੰਟਰੋਲ ਨਹੀਂ ਰਹਿੰਦਾ, ਤਾਂ ਹੀ ਫਿਰ ਉਹ ਸੁਇਸਾਈਡ ਵਰਗਾ ਜੋ ਮਤਲਬ ਸਟੈਪ ਉਠਾਉਂਦਾ ਹੈ ਨਾ. ਤਾਂ ਇਸੇ ਲਈ ਹੀ ਇਸ ਦੇ ਬਾਰੇ ਦੇ ਵਿੱਚ ਪ੍ਰੀਵੈਂਸ਼ਨ ਦੇਣ ਦੇ ਲਈ ਔਰ ਮੈਂਟਲ ਹੈਲਥ ਦੇ ਬਾਰੇ ਵਿੱਚ ਅਵੇਅਰਨੈਸ ਦੇਣ ਦੇ ਲਈ ਇਸ ਦਿਨ ਨੂੰ 10th of ਸੈਪਟੈਂਬਰ ਨੂੰ ਮਨਾਇਆ ਗਿਆ. ਕਿਹੜੀਆਂ ਸੰਸਥਾਵਾਂ ਇਸ ਨੂੰ ਮਨਾਉਂਦੀਆਂ? ਤਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਐਂਡ ਦ ਇੰਟਰਨੈਸ਼ਨਲ ਐਸੋਸੀਏਸ਼ਨ ਫॉर ਸੁਇਸਾਈਡ ਪ੍ਰੀਵੈਂਸ਼ਨ, ਇਹ ਦੋਨੋਂ ਮਿਲ ਕੇ ਇਸ ਦਿਨ ਨੂੰ ਮਨਾਉਂਦੇ ਨੇ. ਠੀਕ ਹੈ, ਔਰ ਇਹ 2003 ਤੋਂ ਲਗਾਤਾਰ ਮਨਾਇਆ ਜਾ ਰਿਹਾ ਹਰ ਸਾਲ. ਔਰ ਅਗਰ ਆਪਾਂ ਕੁਝ ਦੇਰ ਪਹਿਲਾਂ ਦੀ ਗੱਲ ਕਰੀਏ ਤਾਂ ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ, ਇਹਨਾਂ ਨੇ 2018 ਦੀ ਇੱਕ ਰਿਸਰਚ ਹੈ ਜਿਸ ਨੂੰ ਕਿ ਪਬਲਿਸ਼ ਕੀਤਾ. ਇਸ ਦੇ ਵਿੱਚ ਬੋਲਿਆ ਗਿਆ ਕਿ ਇੰਡੀਆ ਦੇ ਵਿੱਚ ਅਗਰ ਆਪਾਂ ਫੀਮੇਲ ਸੁਇਸਾਈਡ ਦੀ ਗੱਲ ਕਰਦੇ ਹਾਂ ਨਾ ਪੂਰੇ ਵਰਲਡ ਦੇ ਕੰਪੈਰੀਟਿਵਲੀ, ਤਾਂ 1/3 ਜੋ ਸੁਇਸਾਈਡ ਨੇ ਇੰਡੀਆ ਦੇ ਵਿੱਚ ਹੁੰਦੀਆਂ. ਔਰ ਅਗਰ ਆਪਾਂ ਮੇਲ ਸੁਇਸਾਈਡ ਦੀ ਗੱਲ ਕਰਦੇ ਹਾਂ ਤਾਂ 1/4 ਜੋ ਮੇਲ ਸੁਇਸਾਈਡ ਹੈ ਇਹ ਇੰਡੀਆ ਦੇ ਵਿੱਚ ਹੁੰਦੀਆਂ. ਓਕੇ, ਔਰ ਇਹਦੇ ਵਿੱਚ ਇਹ ਵੀ ਬੋਲਿਆ ਗਿਆ ਕਿ ਇੰਡੀਆ ਦੇ ਵਿੱਚ 40 ਸਾਲ ਤੋਂ ਨੀਚੇ ਦੀ ਜਿਹੜੀ ਜਨਸੰਖਿਆ ਹੈ ਉਹ ਜ਼ਿਆਦਾਤਰ ਸੁਇਸਾਈਡ ਅਟੈਂਪਟ ਕਰਦੀ ਹੈ. ਔਰ ਅਗਰ ਆਪਾਂ ਅਕਰੋਸ ਵਰਲਡ ਵਾਈਡ ਗੱਲ ਕਰਦੇ ਹਾਂ ਤਾਂ ਇਹਨਾਂ ਨੇ ਬੋਲਿਆ ਕਿ 10ਵੇਂ ਨੰਬਰ ਦੇ ਉੱਪਰ ਲੀਡਿੰਗ ਕਾਜ਼ ਦੇ ਵਿੱਚ ਆਉਂਦਾ ਹੈ ਡੈਥ ਦੇ ਮਾਮਲੇ ਦੇ ਵਿੱਚ ਸੁਇਸਾਈਡ. ਓਕੇ, ਤੇ ਇਹਨਾਂ ਨੇ ਬੋਲਿਆ ਕਿ 1 ਮਿਲੀਅਨ ਤੋਂ ਜ਼ਿਆਦਾ ਲੋਕ ਨੇ ਜੋ ਕਿ ਹਰ ਸਾਲ ਸੁਇਸਾਈਡ ਦੇ ਕਰਕੇ ਮਰ ਜਾਂਦੇ ਨੇ. ਐਂਡ ਸੁਇਸਾਈਡ ਬਹੁਤ ਜ਼ਿਆਦਾ ਕੋਮਨ ਹੈ ਵਰਲਡ ਵਾਈਡ 70 ਸਾਲ ਤੋਂ ਉੱਪਰ ਦੇ ਲੋਕਾਂ ਦੇ ਲਈ. ਇੰਡੀਆ ਦੇ ਵਿੱਚ ਜਵਾਨ ਲੋਕ ਜ਼ਿਆਦਾ ਸੁਇਸਾਈਡ ਕਰਦੇ ਨੇ, ਪਰ ਵਰਲਡ ਵਾਈਡ ਐਵਰੇਜ ਦੇਖਾਂਗੇ ਤਾਂ 70 ਇਅਰਸ ਆਫ ਏਜ ਤੋਂ ਪਲੱਸ ਵਾਲੇ ਲੋਕ ਹੁੰਦੇ ਨੇ. ਓਕੇ, ਔਰ ਇੱਥੇ ਹੁਣ ਗੱਲ ਹੋ ਰਹੀ ਸੀ ਇੰਟਰਨੈਸ਼ਨਲ ਐਸੋਸੀਏਸ਼ਨ ਫॉर ਸੁਇਸਾਈਡ ਪ੍ਰੀਵੈਂਸ਼ਨ ਦੀ. ਤਾਂ ਇਹ ਹੈ ਕਿ ਇਹ ਇੱਕ NGO ਹੈ ਜੋ ਕਿ ਸੁਇਸਾਈਡ ਦੀ ਪ੍ਰੀਵੈਂਸ਼ਨ ਦੇ ਫੀਲਡ ਦੇ ਵਿੱਚ ਕੰਮ ਕਰਦੀ ਹੈ. ਓਕੇ, ਔਰ ਅਗਰ ਤੁਸੀਂ ਇਹਦਾ ਹੈੱਡਕੁਆਟਰ ਦੇਖੋਗੇ ਤਾਂ ਇਹ ਤੁਹਾਨੂੰ ਮਿਲੇਗਾ ਵਿਆਨਾ ਦੇ ਵਿੱਚ, ਰਾਈਟ. ਔਰ ਇਹਨੂੰ 1960 ਦੇ ਵਿੱਚ ਐਸਟੈਬਲਿਸ਼ ਕੀਤਾ ਗਿਆ ਸੀਗਾ. ਅਗਰ ਇਹਦੇ ਫਾਊਂਡਰ ਦੇਖਣੇ ਹੋਣਗੇ ਤਾਂ ਦੋ ਲੋਕ ਹੈ ਜਿਨ੍ਹਾਂ ਨੇ ਇਹਨੂੰ ਫਾਊਂਡ ਕੀਤਾ, ਐਰਵਿਨ ਰਿੰਗਲ ਐਂਡ ਡਾਕਟਰ ਨੋਰਮੈਨ ਫੈਬਰਲੋ. ਆਲਰਾਈਟ, ਇਹ ਦੋਨੋਂ ਹੀ ਇਹਦੇ ਫਾਊਂਡਰ ਨੇ. ਇੱਥੇ ਕੁਝ ਡੇਜ਼ ਨੇ. 9th of ਸੈਪਟੈਂਬਰ ਨੂੰ ਇੰਟਰਨੈਸ਼ਨਲ ਡੇ ਟੂ ਪ੍ਰੋਟੈਕਟ ਐਜੂਕੇਸ਼ਨ ਫਰੋਮ ਅਟੈਕ, ਇਹ ਮਨਾਇਆ ਗਿਆ. ਪਹਿਲੀ ਵਾਰੀ ਇਸ ਨੂੰ ਕਦੋਂ ਮਨਾਇਆ ਗਿਆ ਤਾਂ UN ਨੇ ਇਹਨੂੰ 9th of ਸੈਪਟੈਂਬਰ 2020 ਦੇ ਵਿੱਚ ਹੀ ਮਨਾਇਆ, ਯਾਨੀ ਕਿ ਹਾਲ ਹੀ ਦੇ ਵਿੱਚ ਨਵਾਂ ਇਹਨੂੰ ਮਨਾਇਆ ਜਾਣ ਲੱਗਿਆ. ਇਸ ਲਈ ਇਹਨੂੰ ਤੁਸੀਂ ਅੱਛੀ ਤਰ੍ਹਾਂ ਯਾਦ ਰੱਖਣਾ ਹੈ. ਦੈਨ 9th of ਸੈਪਟੈਂਬਰ ਨੂੰ ਹੀ ਵਰਲਡ EV ਡੇ, EV ਮਤਲਬ ਇਲੈਕਟ੍ਰਿਕ ਵਹੀਕਲ ਦੀ ਗੱਲ ਹੋ ਰਹੀ ਹੈ. ਠੀਕ ਹੈ, ਇਸ ਨੂੰ ਮਨਾਇਆ ਗਿਆ ਕਿਸ ਲਈ? ਤਾਂ ਕਿ ਜਿੰਨੇ ਵੀ ਲੋਕ ਹੈਗੇ ਨੇ ਇਹਨਾਂ ਨੂੰ ਇਲੈਕਟ੍ਰਿਕ ਵਹੀਕਲ ਦੇ ਬੈਨੀਫਿਟਸ ਦੇ ਬਾਰੇ ਦੇ ਵਿੱਚ ਐਡੂਕੇਟ ਕੀਤਾ ਜਾ ਸਕੇ. 8 ਸੈਪਟੈਂਬਰ ਨੂੰ ਇੰਟਰਨੈਸ਼ਨਲ ਲਿਟਰੇਸੀ ਡੇ, ਲਿਟਰੇਸੀ ਲਈ ਅਵੇਅਰਨੈਸ ਫੈਲਾਉਣ ਲਈ. 7th ਸੈਪਟੈਂਬਰ ਨੂੰ ਇੰਟਰਨੈਸ਼ਨਲ ਡੇ ਆਫ ਕਲੀਨ ਏਅਰ ਆਫ ਬਲੂ ਸਕਾਈ ਮਨਾਇਆ ਗਿਆ. 5th of ਸੈਪਟੈਂਬਰ ਨੂੰ ਇੰਟਰਨੈਸ਼ਨਲ ਡੇ ਆਫ ਚੈਰਿਟੀ. ਇਹ ਚੈਰਿਟੀ ਇਹ ਕਿਸ ਲਈ ਮਨਾਇਆ ਜਾਂਦਾ ਹੈ? ਤਾਂ ਕਿ ਇਹੋ ਜਿਹੇ ਲੋਕਾਂ ਨੂੰ ਆਨਰ ਕੀਤਾ ਜਾ ਸਕੇ ਜੋ ਕਿ ਮਾਨਵਤਾ ਦੀ ਸੇਵਾ ਦੇ ਲਈ ਕਾਈਂਡਨੈਸ ਰੱਖਦੇ ਨੇ, ਜਿਹੜੇ ਕਿ ਲੋਕਾਂ ਦੇ ਲਈ ਦਾਨ ਦਿੰਦੇ ਨੇ. ਠੀਕ ਹੈ, ਉਹਨਾਂ ਸਾਰਿਆਂ ਦੇ ਲਈ ਹੀ 5th of ਸੈਪਟੈਂਬਰ ਨੂੰ ਮਨਾਇਆ ਜਾਂਦਾ ਹੈ. ਦੈਨ 5th of ਸੈਪਟੈਂਬਰ ਨੂੰ ਹੀ ਸਿੱਖਿਅਕ ਪਰਵ 2021 ਨੂੰ ਮਨਾਇਆ ਗਿਆ ਇੰਡੀਆ ਦੇ ਵਿੱਚ. ਓਕੇ, ਇਸ ਲਈ ਇੰਪੋਰਟੈਂਟ ਰਹੇਗਾ, ਯਾਦ ਰੱਖਣਾ. ਸੈਕਿੰਡ ਕੁਐਸਚਨ ਹੈ ਵਿਚ ਕੰਟਰੀਜ਼ ਸੁਪਰੀਮ ਕੋਰਟ ਹੈਜ਼ ਡੀਕ੍ਰਿਮੀਨਲਾਈਜ਼ਡ ਅਬੋਰਸ਼ਨ, ਕਿਹੜਾ ਦੇਸ਼ ਹੈ ਜਿੱਥੇ ਦੀ ਸੁਪਰੀਮ ਕੋਰਟ ਨੇ ਬੋਲਿਆ
कि हुण इत्थे अबॉर्शन कराउण नूं असीं हुण क्रिमिनल ऑफेंस नहीं मन्नांगे, तां इह हो जाएगी मैक्सीको कंट्री। ओके, मैक्सीको दे विच हुण तक हुंदा की सी, ਜਿਹੜੇ ਵੀ ਪਰਸਨ ਆਪਣੀ ਪ੍ਰੈਗਨੈਂਸੀ ਨੂੰ ਟਰਮੀਨੇਟ ਕਰਦੇ ਨੇ ਉਹਨਾਂ ਨੂੰ ਫਿਰ ਮੰਨਿਆ ਜਾਂਦਾ ਸੀ ਕਿ ਇਹਨਾਂ ਨੇ ਇੱਕ ਕ੍ਰਾਈਮ ਕੀਤਾ ਹੈ। ਆਲਰਾਈਟ, ਔਰ ਇਸ ਵੇਲੇ ਮੈਕਸੀਕੋ ਦੇ ਵਿੱਚ 4 ਇੱਦਾਂ ਦੀਆਂ ਸਟੇਟਸ ਨੇ ਜਿਹਦੇ ਵਿੱਚ ਕਿ ਅਬੋਰਸ਼ਨ ਦੇ ਉੱਪਰ ਪੂਰੀ ਤਰ੍ਹਾਂ ਰੋਕ ਹੈਗੀ ਹੈ, ਬਟ ਇਹਦੇ ਵਿੱਚ ਇਹ ਜ਼ਰੂਰ ਬੋਲਿਆ ਗਿਆ ਹੈ ਕਿ ਅਗਰ ਰੇਪ ਦਾ ਕੇਸ ਹੁੰਦਾ ਹੈ ਜਾਂ ਫਿਰ ਪ੍ਰੈਗਨੈਂਸੀ ਦੇ ਦੌਰਾਨ ਮਦਰ ਦੀ ਜਾਨ ਨੂੰ ਕੋਈ ਖਤਰਾ ਹੁੰਦਾ ਹੈ ਤਾਂ ਇਹਨਾਂ ਦੋਨੋਂ ਕੇਸਿਸ ਦੇ ਵਿੱਚ ਤਾਂ ਇਸ ਨੂੰ ਲੀਗਲ ਮੰਨਿਆ ਜਾਏਗਾ। ਆਲਰਾਈਟ, बट अदरवाइज अगर किसी होर कारण करके कोई अपनी प्रैगनेंसी नू टर्मीनेट करेगा तो उसनू फिर एक क्रिमिनल ऑफेंस एज वेल एज अनकॉन्स्टिट्यूशनल मन्निया जाएगा, गैर संविधानिक मन्निया जाऊगा। ओके, इत्थों तक कि इत्थे अबॉर्शन दे उपर अगर तुसी अबॉर्शन करवाओगे तो 3 साल तक दी जेल का भी प्रावधान हैगा सीगा। ऑलराइट, क्योंकि ऑब्वियसली क्रिमिनल ऑफेंस है ना। और हुण इन्होंने की बोलिया है कि एट प्रेजेंट ਜਿਹੜੀਆਂ ਵੀ ਫੀਮੇਲਸ ਪਾਸ ਦੇ ਵਿੱਚ ਜੇਲ੍ਹ ਦੇ ਵਿੱਚ ਹੁਣ ਰਹਿ ਰਹੀਆਂ ਐਸੇ ਹੀ ਆਫੈਂਸ ਕਰਕੇ ਇਹਨਾਂ ਸਾਰਿਆਂ ਨੂੰ ਵੀ ਫਿਰ ਹੁਣ ਰਿਲੀਜ਼ ਕੀਤਾ ਜਾਏਗਾ, ਬਿਕਾਜ਼ ਹੁਣ ਤੋਂ ਬਾਅਦ ਇੱਥੇ ਕ੍ਰਿਮੀਨਲ ਆਫੈਂਸ ਨਹੀਂ ਹੋਏਗਾ ਅਬੋਰਸ਼ਨ। ਆਲਰਾਈਟ, ਯੈਸ, ਮੈਕਸੀਕੋ ਦੀ ਕੈਪੀਟਲ ਮੈਕਸੀਕੋ ਸਿਟੀ, ਪ੍ਰੈਸੀਡੈਂਟ ਹੈਗੇ ਨੇ ਐਂਡ੍ਰੇਸ ਮੈਨੂਅਲ ਲੋਪੇਜ਼ ਓਬਰਾਡੋਰ ਐਂਡ ਕਰੰਸੀ ਹੋ ਜਾਏਗੀ ਪੀਸੋ। ਮੈਕਸੀਕੋ ਸਿਟੀ ਦੀ ਲੋਕੇਸ਼ਨ ਤੁਹਾਨੂੰ ਮਿਲੇਗੀ ਨਾਰਥ ਅਮਰੀਕਾ ਦੇ ਵਿੱਚ। ਓਕੇ, ਰੀਸੈਂਟ ਨਿਊਜ਼ ਨਾਲ ਰਿਲੇਟ ਕਰੀਏ ਤਾਂ ਇੱਥੇ ਟਾਕਟਿਵ ਡਾਇਨਾਸੌਰ ਨੂੰ ਪਾਇਆ ਗਿਆ ਮੈਕਸੀਕੋ ਦੇ ਵਿੱਚ ਹੀ, ਠੀਕ ਹੈ। ਔਰ ਇੱਥੇ ਦੇ ਜੋ ਪੈਲੀਓਂਟੋਲੋਜਿਸਟ ਹੈਗੇ ਨੇ ਨਾ ਉਹਨਾਂ ਨੇ ਆਇਡੈਂਟੀਫਾਈ ਕੀਤਾ ਡਾਇਨਾਸੌਰ ਦੀ ਇੱਕ ਨਵੀਂ ਸਪੀਸ਼ੀਜ਼ ਨੂੰ, ਔਰ ਐਸੇ ਸਪੀਸ਼ੀਜ਼ ਦਾ ਨਾਮ ਰੱਖਿਆ ਗਿਆ ਹੈ ਟਾਕਟਿਵ ਡਾਇਨਾਸੌਰ। ਦੈਨ ਇੱਥੇ ਇੱਕ ਸ਼ਾਰਕ ਦੀ ਵੀ ਨਵੀਂ ਸਪੀਸ਼ੀਜ਼ ਪਾਈ ਗਈ ਹੈ, ਠੀਕ ਹੈ। ਇਸ ਦਾ ਨਾਮ ਕੀ ਹੈ? ਡਰੈਗਨ ਸ਼ਾਰਕ। ਬਟ ਇਹ ਮਿਲੀ ਹੁਣੇ ਨਹੀਂ ਹੈਗੀ, अगर पहली बारी आप देखिए तो इनके फॉसिल इत्थे 2013 ਦੇ ਵਿੱਚ मिले ਸੀਗੇ और हुण इहदा नामकरण किया गया ड्रैगन शार्क के रूप दे विच। ओके, थर्ड क्वेश्चन है विच कंपनी हैज़ स्टार्टेड GNI स्टार्टअप्स इंडिया लैब। तो इंडिया दे विच किहड़ी कंपनी है जिसने GNI स्टार्टअप्स इंडिया लैब नाम की एक शुरुआत की है? तो ये कंपनी हो जाएगी गूगल। ऑलराइट, देखो अगर आप GNI की फुल फॉर्म देखिए तो इत्थे तुहानूं इस कंपनी का नाम समझ आ जाएगा। जी ते आ जाएगा गूगल, एन ते न्यूज़, आई ते है इनिशिएटिव, मतलब गूगल न्यूज़ इनिशिएटिव के इदां दा स्टार्टअप है जो कि गूगल ने उन्हां पर्सन दे लई स्टार्ट किया है जो कि इंडिपेंडेंट जर्नलिज्म दे विच हैगे ने या फिर कोई लोकल जर्नलिज्म दे विच हैगे ने, ठीक है। उन्हां नूं बूस्ट करना इन्हां ने, राइट। और ਇਹਦੇ अंडर ही ਇਹਨਾਂ ਨੂੰ स्किल ट्रेनिंग्स दित्तियां जाणगियां, कोचिंग दित्तियां जाणगियां। और ऐसे दे पहले फेज के अंडर बोलिया गया कि 10 न्यूज़ पब्लिशर्स होंगे जिन्होंने कि सिलेक्ट किया जाएगा ऐसे ही ट्रेनिंग के लिए पार्टिसिपेट करने के लिए। ऑलराइट, यस। क्वेश्चन नंबर 4, विच कंट्री हैज़ अनाउंस्ड टू डिजिटलाइज लैंड मैनेजमेंट। केड़ा देश है जिसने बोलिया है कि इत्थे दी जो भूमि का प्रबंधन है इसनूं हुण डिजिटलाइज किया जाएगा, ऑनलाइन कर दिता जाएगा सारा कुछ। ये रहेगा अपना पड़ोसी बांग्लादेश, ठीक है। इत्थे दे जो PM ने कौन ने, ये है शेख हसीना, है ना। इन्हों ने ही अनाउंस किया कि बांग्लादेश दे विच लैंड मैनेजमेंट नूं डिजिटलाइज किया जाना है और जिन्नियां भी इत्थे दी भूमि दे नाल रिलेटेड सर्विसिज होणगियां इन्हां नूं लोकां दे घरां तक यानी कि बिल्कुल डोर स्टैप तक पहुँचाया जाएगा सो दैट कि उन्होंने हरासमेंट ना सामना करना पाए। ओके, दैन इन्होंने इत्थे एक प्लेटफॉर्म नूं लॉन्च किया है, नाम तुसी याद रखोगे ये है भूमि भावन। ओके, इसनूं किस लिए लॉन्च किया गया? इससे ही इनिशिएटिव दे लई ताकि लैंड दे जिन्नियां भी सर्विसिज ने ऑनलाइन प्रोवाइड कीतियां जा सकन और इहदे विच जो लैंड सर्वे है इसनूं भी डिजिटल तरीके दे नाल कीता जाया करेगा। दैन कुछ रीसेंट न्यूज़ देखिए तो जो एशियन डेवलपमेंट बैंक है ये बहुत इंपॉर्टेंट न्यूज़ है, ठीक है, ये वाली याद रख लेना। एशियन डेवलपमेंट बैंक इसने UAE, उरुग्वे एंड बांग्लादेश ये 3 कंट्रीज़ नूं अपने न्यू मैंबर के तौर के उपर शामिल किया है। तुहानूं पता होएगा एक संस्था है जिसका नाम है ब्रिक्स, है ना। इहदे विच किहड़े-किहड़े आ जांदे देश? ब्राज़ील, रशिया, इंडिया, चाइना एंड साउथ अफ्रीका, राइट। इन्हां दा ही बैंक है एशियन डेवलपमेंट बैंक। ऑलराइट, और ये वाला बैंक धीरे धीरे करके अपना घेरा विशाल कर रहा है, अपने आप को एक्सपैंड कर रहा है। ऑलराइट,
और इसे दे लई ही ये 3 जो देश ने इन्हां नूं ADB ने अपने विच शामिल कर लिया। और इनू कदों बनाया गया सीगा 2015 दे विच इसनूं लॉन्च किया गया इस बैंक नूं। एंड इहदा जो हैडकुआटर है ये तुहानूं मिलेगा किहड़ी जगह ते, शंघाई दे विच। ओके, दैन बांग्लादेश ने लॉन्च किए है अपने ही सोशल मीडिया प्लेटफॉर्म्स। ऑलराइट, नाम याद रखोगे जोगाजोंग। जो जोगाजोंग है इनू फेसबुक नू काउंटर करने के लिए यानी इनकी जगह के उपर शुरू किया गया। दैन एलापॉन जो है इसनू व्हाट्सएप के अगेंस्ट शुरू किया गया बांग्लादेश के विच। ऑलराइट, दैन जो वेस्ट बंगाल है सॉरी जो वर्ल्ड बैंक है इन्होंने बोलिया है कि ये $200 मिलियन का एक लोन है जो कि बांग्लादेश नू प्रोवाइड करेंगे। ये किया क्यों गया? क्योंकि इन्होंने बोलिया जो कोविड आया ना इस तो बाद बांग्लादेश का जिन्ना भी यूथ है या फिर इत्थे जिन्ने भी माइग्रेंट लेबर हैगे ने जिन्हों ने कोविड के दौरान अपन नौकरियां नू गवा दिता है और वो लो इनकम के अंदर आते हैं ना, इन्होंने सारिਆਂ की ही हैल्प की जाएगी इस पैसे के नाल। दैन बांग्लादेश पहली ऐदा दी कंट्री बनया जिसने एक पेन किलर नू ना बैन किया है। नाम याद रखना कैटोप्रोफेन। ठीक है, कैटोप्रोफेन इसनू इन्होंने बैन कर दिता है। रीजन की बोलिया गया? इन्होंने बोलिया कि लगातार जो वल्चर्स ने ना इन्हों की गिनती घटती जा रही है और ये जो कैटोप्रोफेन है ये इन्हों की गिनती घटन दे विच बहुत वड्डा कारण है क्योंकि ये इन्हों के लिए टॉक्सिक का काम करती है, इसलिए ही बांग्लादेश ने इसनू बैन कर दिता है। ओके, क्वेश्चन नंबर 5, IOC हैज़ बैंड विच कंट्री टिल द एंड ऑफ 2022। IOC इत्थे गल हो रही है इंटरनेशनल ओलंपिक कमेटी की। इत्थे पूछा है कि IOC ने किहड़े देश नू 2022 तक बिल्कुल बैन कर दिता है, तो ये कंट्री है नॉर्थ कोरिया। ठीक है, तो इनू हुण बैन किया क्यों गया? क्योंकि इस बारी जो समर ओलंपिक्स होईयां जापान टोक्यो दे विच इत्थे ना नॉर्थ कोरिया ने पार्टिसिपेट करन तो मना कर दिता। वैसे इन्होंने की बोलिया कि असी कोविड करके पार्टिसिपेट नहीं कर रहे। ठीक है, तो इन्होंने मना किया। तो फिर IOC नू लग्या कि इदां तां कल नू कोई भी कंट्री आके बोल देगी कि असी ए वाली असी ए वाली ओलंपिक विच पार्टिसिपेट नहीं करना है ना, तो इसलिए इन्होंने इनू बोलिया कि पनिशमेंट मिलेगी तुहानू और पनिशमेंट के तौर के उपर ही 2022 तक इनू बैन कर दिता गया। अगर आप गल करते हैं इस बारी तो हुई है समर ओलंपिक तो 2022 दे विच फिर किंदी टर्न होएगी विंटर ओलंपिक दी है ना, और 2022 दियां जो विंटर ओलंपिक्स ने ये होणगियां बीजिंग चाइना दे विच। ओके, और ऐसे ही ओलंपिक्स दे विच फिर नॉर्थ कोरिया हुण पार्टिसिपेट नहीं कर पाएगा। यस, अगर आप कुछ न्यूज़ नू करंट दे नाल रिलेट करिए तो लॉरेल हबर्ड, ये तुसी नाम याद रखना अच्छी तरह। ओके, ये कौन हैगे है? ये पहले ट्रांसजेंडर ने पूरे वर्ल्ड दे जिन्हां ने कि ओलंपिक दे विच पार्टिसिपेट किया है। इन्हां दी गेम हो जाएगी वेट लिफ्टिंग एंड किहड़ी कंट्री तो बिलोंग करते हैं? न्यूजीलैंड तो। दैन एक कैंपेन चलिया सीगा, नाम है स्टॉप टोक्यो ओलंपिक्स। ये जो ओलंपिक्स हले शुरू नहीं हुई सी ना उदों इस कैंपेन नू चलाया गया सी। इहदे च लोग चाहते सी कि कोविड-19 दे करके ओलंपिक्स नू ना करवाया जाए। ठीक है, बट फिर IOC ने यह बोल दिता सीगा कि असी ओलंपिक्स दे विच जिन्ने भी कोविड दे हदायत है इनू अच्छी तरह निभावांगे। ठीक है, तो इनू हुण असी कैंसल नहीं करांगे। दैन भवानी देवी, ये भी तुसी नाम अच्छी तरह याद रखोगे। ये इंडिया के पहले फेंसर बने जिन्हों ने ओलंपिक्स दे विच क्वालीफाई किया। राइट, और ये भवानी देवी जो हैगी ना फेंसिंग दी सैबरे नाम की जो टर्म है सैबरे नाम की फॉर्म दे विच खेलते हैं, तो यह टर्म तुसी याद रखोगे कि सैबरे फेंसिंग दी एक टर्म है। दैन नीरज चोपड़ा ने इंडिया के लिए पहला गोल्ड मैडल हासिल किया ट्रैक इवेंट दे विच या फिर फील्ड इवेंट दे विच। ठीक है, इन्हां दी गेम किहड़ी है? जैवलिन थ्रो। और 7 अगस्त नूं हुण इंडिया दे विच जैवलिन थ्रो डे मनाया जाया करेगा, बहुत इंपॉर्टेंट है, याद रखोगे। ओके, दैन इंडिया ने ओलंपिक्स दे विच 7 मैडल हासिल किए ने, 1 गोल्ड 2 सिल्वर एंड 4 ब्रॉन्ज। राइट, तो देखो डबल हो रहा है, 1 दा 2 2 दा फिर 4 हो गया, इस तरह 7 हो जाएंगे। दैन क्वेश्चन नंबर 6, हु हैज़ बीन अपॉइंटेड एज न्यू गवर्नर ऑफ उत्तराखंड। उत्तराखंड के नवे गवर्नर वजों किन्हां नूं नियुक्त किया गया? वेरी इंपॉर्टेंट फॉर पंजाब एग्जाम्स। ये है लेफ्टिनेंट जनरल गुरमीत सिंह। ठीक है, तो ये जो है ना ये स्टूडेंट रहे ने कपूरथला दे सैनिक स्कूल दे और ये रिटायर डिप्टी चीफ है ने आर्मी दे। ऑलराइट, इन्हां नूं ही हुण उत्तराखंड दे विच एज न्यू गवर्नर नियुक्त किया गया।
ਪਹਿਲਾਂ ਉੱਤਰਾਖੰਡ ਦੇ ਵਿੱਚ ਗਵਰਨਰ ਕੌਣ ਸੀ? ਬੇਬੀ ਰਾਣੀ ਮੌਰਿਆ, ਰਾਈਟ। ਇਹਨਾਂ ਨੇ ਹਾਲ ਹੀ ਦੇ ਵਿੱਚ ਰਿਜ਼ਾਈਨ ਕਰ ਦਿੱਤਾ ਹੈ ਔਰ ਇਹਨਾਂ ਦੀ ਰੈਜ਼ਿਗਨੇਸ਼ਨ ਤੋਂ ਬਾਅਦ ਗੁਰਮੀਤ ਸਿੰਘ ਨੂੰ ਇੱਥੇ ਦਾ ਗਵਰਨਰ ਬਣਾਇਆ ਗਿਆ। ਓਕੇ, ਯੈਸ। ਇਸ ਤੋਂ ਬਾਅਦ ਇਹ ਵੀ ਯਾਦ ਰੱਖੋਗੇ ਕਿ ਇੰਡੀਆ ਦੀ ਚਾਈਨਾ ਦੇ ਨਾਲ ਤੁਹਾਨੂੰ ਪਤਾ ਹੈ ਕੰਟੀਨਿਊਸਲੀ ਡਿਪਲੋਮੈਟਿਕ ਕਨਵਰਸੇਸ਼ਨ ਚੱਲ ਰਹੀ ਹੈ ਨਾ, ਤਾਂ ਕਿ ਦੋਨੋਂ ਹੀ ਦੇਸ਼ਾਂ ਦੇ ਵਿੱਚ ਥੋੜਾ ਜਿਹਾ ਕੀ ਕੀਤਾ ਜਾ ਸਕੇ, ਮਿੱਤਰਾਨਾ ਲਿਆਂਦਾ ਜਾ ਸਕੇ, ਮਿੱਤਰਤਾ ਕਾਇਮ ਕੀਤੀ ਜਾ ਸਕੇ। ਬਿਕਾਜ਼ ਆਪਾਂ ਕਾਫੀ ਵਾਰ ਇੱਕ ਦੂਸਰੇ ਦੇ ਨਾਲ ਹੁਣ ਸਟੈਂਡ ਆਫ ਕਰ ਚੁੱਕੇ ਹਾਂ, ਹੈ ਨਾ। ਤੇ ਐਸੇ ਹੀ ਲਈ ਜੋ ਕਮੇਟੀ ਬਣਾਈ ਗਈ ਹੈ ਉਹਦੇ ਪਾਰਟ ਵੀ ਰਹੇ ਹੋਏ ਨੇ ਗੁਰਮੀਤ ਸਿੰਘ, ਔਰ ਇਹਨਾਂ ਨੇ ਕਰੀਬ 7 ਟਾਈਮਸ ਐਸੇ ਹੀ ਵਾਰਤਾਲਾਪ ਦੇ ਵਿੱਚ ਹਿੱਸਾ ਵੀ ਲਿਆ ਹੋਇਆ। ਇਹਦੇ ਨਾਲ ਇਹ ਤਾਂ ਨਿਊ ਹੋ ਗਏ, ਇਸ ਦੇ ਨਾਲ ਗਵਰਨਮੈਂਟ ਆਫ ਇੰਡੀਆ ਵੱਲੋਂ ਕੁਝ ਗਵਰਨਰਸ ਦੀ ਨਾ ਸ਼ਫਲਿੰਗ ਵੀ ਕੀਤੀ ਗਈ ਹੈ, ਜਿਸ ਤਰ੍ਹਾਂ ਕਿ ਬਨਵਾਰੀ ਲਾਲ ਪੁਰੋਹਿਤ, ਸਭ ਨੇ ਸੁਣਿਆ ਹੋਣਾ ਹੁਣ ਤੱਕ ਤਾਂ ਇਹਦਾ ਨਾਮ, ਹੈ ਨਾ। ਤਾਂ ਜੋ ਬਨਵਾਰੀ ਲਾਲ ਪੁਰੋਹਿਤ ਹੈਗੇ ਆ, ਇਹਨਾਂ ਨੂੰ ਤਾਮਿਲਨਾਡੂ ਤੋਂ ਸ਼ਿਫਟ ਕਰਕੇ ਕਿੱਥੇ ਲਿਆਂਦਾ? ਆਪਣੇ ਪੰਜਾਬ ਦੇ ਵਿੱਚ, ਆਲਰਾਈਟ। ਐਂਡ ਇਹਨਾਂ ਨੂੰ ਪਹਿਲਾਂ ਹੀ ਪੰਜਾਬ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਸੀ। ਦੈਨ ਜੋ RN ਰਾਣੀ ਹੈਗੇ ਆ, ਇਹਨਾਂ ਨੂੰ ਨਾਗਾਲੈਂਡ ਤੋਂ ਸ਼ਿਫਟ ਕਰਕੇ ਤਾਮਿਲਨਾਡੂ ਭੇਜਤਾ, ਕਿਉਂਕਿ ਤਾਮਿਲਨਾਡੂ ਦੀ ਜਗ੍ਹਾ ਤਾਂ ਆਪਣੇ ਆਪ ਹੀ ਖਾਲੀ ਹੋ ਗਈ ਨਾ ਜਦੋਂ ਬਨਵਾਰੀ ਲਾਲ ਪੁਰੋਹਿਤ ਪੰਜਾਬ ਵਿੱਚ ਆ ਗਏ। ਤਾਂ ਫਿਰ ਰਾਣੀ ਨੂੰ ਨਾਗਾਲੈਂਡ ਤੋਂ ਕਿੱਥੇ ਭੇਜ ਦਿੱਤਾ? ਤਾਮਿਲਨਾਡੂ ਦੇ ਵਿੱਚ, ਠੀਕ ਹੈ। ਆਫਟਰ ਦੈਟ ਹੁਣ ਇੱਥੇ ਕੀ ਖਾਲੀ ਹੋ ਗਿਆ? ਹੁਣ ਇੱਥੇ ਖਾਲੀ ਹੋ ਚੁੱਕਿਆ ਨਾਗਾਲੈਂਡ। ਤਾਂ ਨਾਗਾਲੈਂਡ ਦਾ ਐਡੀਸ਼ਨਲ ਚਾਰਜ ਜਗਦੀਸ਼ ਮੁਖੀ ਨੂੰ ਦਿੱਤਾ ਗਿਆ। ਜਗਦੀਸ਼ ਮੁਖੀ ਐਟ ਪ੍ਰੈਜ਼ੈਂਟ ਅਸਾਮ ਦੇ ਕੀ ਹੈਗੇ ਨੇ? ਅਸਾਮ ਦੇ ਗਵਰਨਰ, ਆਲਰਾਈਟ, ਯੈਸ। ਇਸ ਤੋਂ ਬਾਅਦ ਜੋ IIT ਰੁੜਕੀ ਹੈ, ਇਹਨਾਂ ਨੇ ਅਰਥਕਵੇਕ ਅਰਲੀ ਵਾਰਨਿੰਗ ਮੋਬਾਈਲ ਐਪ ਇਸ ਨੂੰ ਲਾਂਚ ਕੀਤਾ। ਕਿਸ ਲਈ ਕੀਤਾ ਗਿਆ? ਇਹਨਾਂ ਨੇ ਬੋਲਿਆ ਕਿ ਉੱਤਰਾਖੰਡ ਦੇ ਵਿੱਚ ਜਦੋਂ ਵੀ ਕਦੀ ਭੂਚਾਲ ਆਏਗਾ ਤੇ ਉਹਦਾ ਜਾਨ ਮਾਲ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ, ਇਸ ਲਈ ਪਹਿਲਾਂ ਤੋਂ ਹੀ ਵਾਰਨਿੰਗ ਮਿਲ ਜਾਏਗੀ। ਦੈਨ ਇੱਥੇ ਨਾ ਚਮੋਲੀ ਟ੍ਰੈਜਡੀ ਹੋਈ ਹੈ। ਚਮੋਲੀ ਇੱਕ ਡਿਸਟ੍ਰਿਕਟ ਹੈ ਉੱਤਰਾਖੰਡ ਦੇ ਵਿੱਚ, ਇੱਥੇ ਪੈਂਦੀ ਹੈ ਆਪਣੀ ਅਲਕਨੰਦਾ ਰਿਵਰ, ਸਭ ਨੇ ਇਹਦਾ ਨਾਮ ਡੈਫੀਨੇਟਲੀ ਸੁਣਿਆ ਹੋਣਾ, ਹੈ ਨਾ। ਤਾਂ ਅਲਕਨੰਦਾ ਜੋ ਰਿਵਰ ਹੈ, ਇਹਦੇ ਵਿੱਚ ਬਹੁਤ ਹੀ ਜ਼ਿਆਦਾ ਫਲੱਡ ਆ ਗਏ ਸੀਗੇ, ਜਿਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਚਮੋਲੀ ਦੇ ਵਿੱਚ। ਤਾਂ ਇਹ ਬੋਲਿਆ ਜਾ ਰਿਹਾ ਹੈ ਕਿ ਗਲੇਸ਼ੀਅਰ ਦੇ ਪਿਘਲਣ ਕਰਕੇ ਇਹ ਫਲੱਡ ਆਏ ਨੇ। ਦੈਨ ਇੰਡੀਆ ਦਾ ਪਹਿਲਾ ਬਾਇਓਡਾਇਵਰਸਿਟੀ ਪਾਰਕ, ਇਸ ਨੂੰ ਵੀ UK ਯਾਨੀ ਉੱਤਰਾਖੰਡ ਦੇ ਵਿੱਚ ਹੀ ਬਣਾਇਆ ਗਿਆ। ਉੱਤਰਾਖੰਡ ਦੇ ਵਿੱਚ ਐਗਜ਼ੈਕਟ ਕਿਹੜੀ ਜਗ੍ਹਾ ਆ? ਹਲਦਵਾਨੀ, ਆਲਰਾਈਟ। ਔਰ ਇਸ ਬਾਇਓਡਾਇਵਰਸਿਟੀ ਪਾਰਕ ਦਾ ਇੱਕ ਨਾਮ ਰੱਖਿਆ ਗਿਆ ਹੈਗਾ, ਇਹ ਰਹੇਗਾ ਭਾਰਤ ਵਾਟਿਕਾ, ਆਲਰਾਈਟ। ਦੈਨ ਇੰਡੀਆ ਦਾ ਪਹਿਲਾ ਫੋਰੈਸਟ ਮੈਡੀਕੇਸ਼ਨ ਸੈਂਟਰ, ਇਹ ਵੀ ਬਣਾਇਆ ਗਿਆ UK ਦੇ ਵਿੱਚ ਹੀ। ਇੰਡੀਆ ਦਾ ਪਹਿਲਾ ਲਾਈਕਨ ਪਾਰਕ, ਇਹ ਵੀ ਬਣਿਆ UK ਦੇ ਵਿੱਚ ਹੀ। ਐਗਜ਼ੈਕਟ ਜਗ੍ਹਾ ਕਿਹੜੀ ਹੈ? ਮੁਨਸਿਆਰੀ, ਓਕੇ। ਔਰ ਇਹ ਇੱਥੇ ਦੀ ਪਿਥੌਰਾਗੜ੍ਹ ਡਿਸਟ੍ਰਿਕਟ ਦੇ ਵਿੱਚ ਮਿਲੇਗੀ, ਯੈਸ। ਨੈਕਸਟ ਕੁਐਸਚਨ, ADB has approved $112 million to which state to improve urban water supply infrastructure? तो जो एशियन डेवलपमेंट बैंक है, ਇਹਨੇ $112 ਮਿਲੀਅਨ ਦਾ ਇੱਕ ਲੋਨ ਅਪਰੂਵ ਕੀਤਾ ਹੈ। ਪੁੱਛਿਆ ਗਿਆ ਕਿਹੜੀ ਸਟੇਟ ਹੈ ਜਿਸ ਨੂੰ ਇਹ ਲੋਨ ਮਿਲੇਗਾ, ਕਿਸ ਦੇ ਲਈ? ਅਰਬਨ ਵਾਟਰ ਸਪਲਾਈ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਦੇ ਲਈ, ਠੀਕ ਹੈ। ਤਾਂ ਇਹ ਹੈ ਜੀ ਸਟੇਟ ਝਾਰਖੰਡ, ਓਕੇ। ਤਾਂ ADB ਐਂਡ ਗਵਰਨਮੈਂਟ ਆਫ ਇੰਡੀਆ, ਇਹਨਾਂ ਦੋਨਾਂ ਨੇ ਹੀ ਇੱਕ ਅਗਰੀਮੈਂਟ ਸਾਈਨ ਕੀਤਾ $112 ਮਿਲੀਅਨ ਦੇ ਲੋਨ ਦਾ, ਠੀਕ ਹੈ। ਇਹਦੇ ਵਿੱਚ ਬੋਲਿਆ ਗਿਆ ਹੈ ਕਿ ਜੋ ਵਾਟਰ ਸਪਲਾਈ ਦਾ ਇਨਫਰਾਸਟ੍ਰਕਚਰ ਹੈ, ਇਹਨੂੰ ਸਟਰੈਂਥਨ ਕਰਨਾ ਹੈ, ਇਸ ਨੂੰ ਬੂਸਟ ਕਰਨਾ ਆ। ਔਰ ਇੱਥੇ ਦੀ ਯਾਨੀ ਝਾਰਖੰਡ ਦੀ ਜੋ ਅਰਬਨ ਲੋਕਲ ਬਾਡੀਜ਼ ਨੇ, ਇਹਨਾਂ ਦੀ ਵੀ ਜੋ ਕੈਪੈਸਿਟੀ ਹੈ ਨਾ, ਇਸ ਨੂੰ ਵਧਾਉਣਾ ਹੈ, ਠੀਕ ਹੈ। ਔਰ ਇਹਦੀ ਸਰਵਿਸਿਜ਼ ਵਗੈਰਾ ਨੂੰ ਵੀ ਅੱਛਾ ਬਣਾਇਆ ਜਾਏਗਾ। ਔਰ ਇਹਦੇ ਲਈ ਝਾਰਖੰਡ ਦੇ 4 ਕਸਬਿਆਂ ਨੂੰ ਚੁਣਿਆ ਗਿਆ। ਦੈਨ ਇਹ ਵੀ ਯਾਦ ਰੱਖਣਾ ਕਿ ADB ਜੋ ਹੈ, ਇਹਦਾ ਝਾਰਖੰਡ ਦੇ ਵਿੱਚ ਪਹਿਲਾ ਪ੍ਰੋਜੈਕਟ ਰਹੇਗਾ। ਔਰ ਐਸੇ ਪ੍ਰੋਜੈਕਟ ਦੇ ਅੰਡਰ 4 ਵਾਟਰ ਟ੍ਰੀਟਮੈਂਟ ਪਲਾਂਟ ਲਗਾਏ ਜਾਣਗੇ, ਰਾਈਟ। ਔਰ ਇਹਨਾਂ ਦੀ ਕੈਪੈਸਿਟੀ 275 ਮਿਲੀਅਨ ਲੀਟਰ ਪਰ ਈਅਰ ਰਹੂਗੀ, ਓਕੇ, ਯੈਸ। ਰੀਸੈਂਟ ਨਾਲ ਰਿਲੇਟ ਕਰੀਏ ਤਾਂ ਇੱਥੇ ਆਇਆ ਇੱਕ ਸਮਰ ਕੈਂਪੇਨ। ਔਰ ਸਮਰ ਕੈਂਪੇਨ ਦੀ ਫੁੱਲ ਫਾਰਮ ਯਾਦ ਰੱਖ ਲੈਣਾ, ਸਟ੍ਰੈਟੇਜਿਕ ਐਕਸ਼ਨ ਫॉर ਐਲੀਵੇਸ਼ਨ ਆਫ ਮਾਲ ਨਿਊਟ੍ਰੀਸ਼ਨ ਐਂਡ ਅਨੀਮੀਆ ਰਿਡਕਸ਼ਨ। ਤਾਂ ਇੱਥੇ ਤੁਸੀਂ ਮਾਲ ਨਿਊਟ੍ਰੀਸ਼ਨ ਐਂਡ ਅਨੀਮੀਆ ਇਹਨਾਂ ਦੋਨਾਂ ਨੂੰ ਹੀ ਯਾਦ ਰੱਖ ਲੋਗੇ ਤਾਂ ਫਿਰ ਤੁਹਾਨੂੰ ਫੁੱਲ ਫਾਰਮ ਅਗਰ ਸਾਹਮਣੇ ਆ ਜਾਂਦੀ ਹੈ, ਤੁਹਾਨੂੰ ਪਤਾ ਚੱਲ ਜਾਏਗਾ, ਤੈਨੂੰ ਤੁਸੀਂ ਕੀ ਟਰਮ ਦੀ ਤਰ੍ਹਾਂ ਯੂਜ਼ ਕਰ ਸਕਦੇ ਹੋ, ਠੀਕ ਹੈ। ਤਾਂ ਇਹ ਆਇਆ ਕਿਉਂ ਹੈ? ਤੁਹਾਨੂੰ ਇਹਦੇ ਨਾਮ ਤੋਂ ਹੀ ਸਮਝ ਆ ਰਿਹਾ ਹੋਵੇਗਾ। ਇਸ ਨੂੰ ਟੈਕਲ ਕੀਤਾ ਗਿਆ ਹੈ ਤਾਂ ਕਿ ਝਾਰਖੰਡ ਦੇ ਵਿੱਚ ਜੋ ਮਾਲ ਨਿਊਟ੍ਰੀਸ਼ਨ ਦੀ ਸਮੱਸਿਆ ਹੈਗੀ ਹੈ, ਇਸ ਨੂੰ ਖਤਮ ਕੀਤਾ ਜਾ ਸਕੇ, ਓਕੇ। ਔਰ ਇਹਦੇ ਅੰਡਰ ਜੋ ਅਨੈਮਿਕ ਵਿਮਨ ਹੋਣਗੀਆਂ ਜਾਂ ਮਾਲ ਨਰਿਸ਼ਡ ਚਿਲਡਰਨ ਹੋਣਗੇ, ਬੱਚੇ ਹੋਣਗੇ,
ਇਹਨਾਂ ਨੂੰ ਆਇਡੈਂਟੀਫਾਈ ਕਰਕੇ ਔਰ ਇਹਨਾਂ ਦੀ ਸਿਹਤ ਦੇ ਲਈ ਕੰਮ ਕੀਤਾ ਜਾਣਾ ਹੈ। ਦੈਨ ਇਹਦੇ ਵਿੱਚ ਬੋਲਿਆ ਗਿਆ ਹੈ ਕਿ ਜਿਹੜੇ ਇੱਥੇ ਦੇ ਆਂਗਨਵਾੜੀ ਸੈਂਟਰ ਹੋਣਗੇ ਨਾ, ਇਹਨਾਂ ਨੂੰ ਵੀ ਇਹਦੇ ਵਿੱਚ ਇਨਵੋਲਵ ਕੀਤਾ ਜਾਣਾ ਹੈ। ਦੈਨ ਝਾਰਖੰਡ ਨੇ 75% ਪ੍ਰਾਈਵੇਟ ਜੌਬਸ ਨੂੰ ਆਪਣੀ ਲੋਕਲ ਪਬਲਿਕ ਦੇ ਲਈ ਰਿਜ਼ਰਵ ਕਰ ਦਿੱਤਾ ਹੈ। ਓਕੇ, ਔਰ ਬੋਲਿਆ ਗਿਆ ਹੈ ਕਿ ਇਹਨਾਂ ਸਰਵਿਸਿਜ਼ ਦੇ ਵਿੱਚ ਕਰੀਬ 35,000 ਰੁਪਏ ਪਰ ਮੰਥ ਸੈਲਰੀ ਮਿਲੇਗੀ। ਔਰ ਝਾਰਖੰਡ ਤੋਂ ਪਹਿਲਾਂ ਵੀ ਕੀਤਾ ਹੋਇਆ ਹੈ ਕਿ ਜੋ ਹਰਿਆਣਾ ਹੈ ਨਾ, ਹਰਿਆਣਾ ਨੇ ਵੀ ਇੱਥੇ ਦੀ ਆਪਣੀ ਲੋਕਲ ਪਬਲਿਕ ਦੇ ਲਈ ਪ੍ਰਾਈਵੇਟ ਸੈਕਟਰ ਨੂੰ ਕੁਝ ਇੱਕ ਪਰਸੈਂਟੇਜ ਜੋ ਹੈ ਨਾ ਜੌਬ ਦੇ ਵਿੱਚ ਰਿਜ਼ਰਵ ਕਰ ਦਿੱਤਾ ਸੀ, ਹੈ ਨਾ। 8th ਕੁਐਸਚਨ ਹੈ, ਇੰਡੀਆਜ਼ ਫਸਟ ਐਮਰਜੈਂਸੀ ਲੈਂਡਿੰਗ ਸਰਵਿਸ ਹੈਜ਼ ਬੀਨ ਇਨੋਗ੍ਰੇਟਡ ਇਨ ਵਿਚ ਸਟੇਟ। ਭਾਰਤ ਦੀ ਪਹਿਲੀ ਆਪਾਤਕਾਲੀਨ ਲੈਂਡਿੰਗ ਦੀ ਜੋ ਸੇਵਾ ਹੈ, ਸੁਵਿਧਾ ਹੈ, ਇਸ ਨੂੰ ਕਿਹੜੀ ਸਟੇਟ ਦੇ ਵਿੱਚ ਸਟਾਰਟ ਕੀਤਾ ਗਿਆ? ਤਾਂ ਇਹ ਸਟੇਟ ਹੈ ਰਾਜਸਥਾਨ। ਓਕੇ, ਤਾਂ ਇੰਡੀਅਨ 에ਅਰ ਫੋਰਸ ਨੇ ਪਹਿਲਾ ਐਮਰਜੈਂਸੀ ਲੈਂਡਿੰਗ ਫੀਲਡ ਇਸ ਦਾ ਉਦਘਾਟਨ ਰਾਜਸਥਾਨ ਦੇ ਨੈਸ਼ਨਲ ਹਾਈਵੇ ਦੇ ਉੱਪਰ ਕੀਤਾ ਹੈ ਔਰ ਇਹਨੂੰ ਆਪਣੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਐਂਡ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇ, ਨਾਮ ਹੈ ਨਿਤਿਨ ਗਡਕਰੀ, ਇਹਨਾਂ ਦੋਨਾਂ ਨੇ ਹੀ ਇਨੋਗ੍ਰੇਟ ਕੀਤਾ ਔਰ ਇਸ ਨੂੰ ਨੈਸ਼ਨਲ ਹਾਈਵੇ 925 ਦੇ ਬਾਰਮੇਰ ਦੇ ਸਾਊਥ ਦੇ ਵਿੱਚ ਸਟਾਰਟ ਕੀਤਾ ਗਿਆ। ਠੀਕ ਹੈ, ਬਾਰਮੇਰ ਨਾਮ ਜੋ ਜਗ੍ਹਾ ਹੈ ਇਹ ਰਾਜਸਥਾਨ ਦੇ ਵਿੱਚ ਹੀ ਤੁਹਾਨੂੰ ਮਿਲਣੀ ਹੈ। ਆਲਰਾਈਟ, ਔਰ ਇਹਦੇ ਵਿੱਚ ਬੋਲਿਆ ਗਿਆ ਕਿ ਅਗਰ ਕੋਈ ਐਮਰਜੈਂਸੀ ਦੀ ਸਿਚੁਏਸ਼ਨ ਆ ਜਾਂਦੀ ਹੈ ਔਰ 에ਅਰਕ੍ਰਾਫਟ ਆਪਰੇਸ਼ਨ ਚੱਲ ਰਿਹਾ ਹੈ ਤਾਂ ਇੰਡੀਅਨ ਆਰਮੀ ਜੋ ਹੈ ਇਹਨੂੰ ਫਿਰ ਯੂਜ਼ ਕਰ ਸਕਦੀ ਹੈ ਐਮਰਜੈਂਸੀ ਦੇ ਵਿੱਚ। ਔਰ ਇਹ ਪਹਿਲਾਂ ਜ਼ਰੂਰ ਹੈ ਬਟ ਇਸ ਤਰ੍ਹਾਂ ਦੀਆਂ 20 ਐਮਰਜੈਂਸੀ ਲੈਂਡਿੰਗ ਸਟ੍ਰਾਈਪਸ ਨੂੰ ਪੂਰੇ ਇੰਡੀਆ ਦੇ ਵਿੱਚ ਕ੍ਰੀਏਟ ਕੀਤਾ ਜਾਣਾ ਹੈ। ਓਕੇ, ਯੈਸ, ਰਾਜਸਥਾਨ ਦੀ ਕੈਪੀਟਲ ਜੈਪੁਰ, ਸੀਐਮ ਅਸ਼ੋਕ ਗਹਿਲੋਤ, ਗਵਰਨਰ ਰਹਿਣਗੇ ਕਲਰਾਜ ਮਿਸ਼ਰਾ। ਰੀਸੈਂਟ ਨਾਲ ਰਿਲੇਟ ਕਰੀਏ ਤਾਂ ਖਾਦੀ ਐਂਡ ਵਿਲੇਜ ਇੰਡਸਟਰੀ ਕਮਿਸ਼ਨ KVIC ਇਹਨਾਂ ਨੇ ਲਾਂਚ ਕੀਤਾ ਪ੍ਰੋਜੈਕਟ ਬੋਲਡ। ਆਪਾਂ ਬਹੁਤ ਅੱਛੀ ਤਰ੍ਹਾਂ ਕੀਤਾ ਹੋਇਆ ਹੈ ਨਾ। ਤਾਂ ਪ੍ਰੋਜੈਕਟ ਬੋਲਡ ਜੋ ਹੈ ਇਹਨੂੰ ਇਹਨਾਂ ਨੇ BSF ਯਾਨੀ ਬੋਰਡਰ ਸਿਕਿਉਰਿਟੀ ਫੋਰਸ ਦੇ ਨਾਲ ਕੋਲੈਬੋਰੇਟ ਕਰਕੇ ਕੀਤਾ। ਇਹਦਾ ਏਮ ਕੀ ਹੈ ਕਿ ਜਿੰਨਾ ਵੀ ਰਾਜਸਥਾਨ ਦਾ ਡੈਜ਼ਰਟ ਵਾਲਾ ਏਰੀਆ ਹੈਗਾ, ਰੇਗਿਸਤਾਨੀ ਏਰੀਆ, ਇਹਨੂੰ ਗ੍ਰੀਨਰੀ ਦੇ ਵਿੱਚ ਕਨਵਰਟ ਕੀਤਾ ਜਾਣਾ ਹੈ। ਇਸੇ ਦੇ ਲਈ ਇਹਨਾਂ ਨੇ ਇੱਥੇ 1000 ਜੋ ਬੈਂਬੂ ਦੇ ਪੌਦੇ ਹੁੰਦੇ ਨੇ, ਸੈਪਲਿੰਗਸ ਹੁੰਦੇ ਨੇ, ਉਹਨਾਂ ਨੂੰ ਲਗਾਇਆ। ਦੈਨ ਇੱਥੇ ਇੱਕ ਚਿਰੰਜੀਵੀ ਹੈਲਥ ਇੰਸ਼ੋਰੈਂਸ ਸਕੀਮ ਵੀ ਸਟਾਰਟ ਕੀਤੀ ਗਈ ਹੈ, ਰਾਈਟ। ਔਰ ਇਹ ਇੱਕ ਮੈਡੀਕਲ ਜੋ ਕਲੇਮ ਹੁੰਦਾ ਨਾ ਉਹਦੀ ਸਕੀਮ ਹੈ। ਇਹਦੇ ਵਿੱਚ ਬੋਲਿਆ ਗਿਆ ਕਿ ਲੋਕਾਂ ਨੂੰ ਰਾਈਟ ਟੂ ਹੈਲਥ ਪ੍ਰੋਵਾਈਡ ਕੀਤਾ ਜਾਣਾ ਹੈ ਔਰ ਇਸ ਸਕੀਮ ਦੇ ਅੰਡਰ 100% ਜੋ ਰਾਜਸਥਾਨ ਦੀ ਜਨਤਾ ਹੈ ਉਸ ਨੂੰ ਇਨਵੋਲਵ ਕੀਤਾ ਜਾਏਗਾ। ਦੈਨ ਯੁੱਧ ਅਭਿਆਸ ਜੋ ਕਿ ਇੰਡੀਆ ਐਂਡ US ਦੇ ਵਿੱਚ ਹੁੰਦਾ ਹੈ, ਇੱਕ ਮਿਲਟਰੀ ਐਕਸਰਸਾਈਜ਼ ਹੈ, ਇਹਨੂੰ ਕਿੱਥੇ ਕਰਵਾਇਆ ਗਿਆ ਇਸ ਵਾਰ? ਰਾਜਸਥਾਨ ਦੇ ਵਿੱਚ। ਦੈਨ ਰਾਜਸਥਾਨ 5ਵੀਂ ਇੱਦਾਂ ਦੀ ਸਟੇਟ ਬਣੀ ਜਿਸ ਨੇ ਅਰਬਨ ਲੋਕਲ ਬਾਡੀਜ਼ ਦੀ ਰਿਫਾਰਮਸ ਨੂੰ ਇੰਪਲੀਮੈਂਟ ਕੀਤਾ ਹੈ, ਕੰਪਲੀਟ ਕੀਤਾ ਹੈ। ਓਕੇ, ਦੈਨ ਰਾਜਸਥਾਨ ਨੇ ਨਿਊ ਸਕੂਲ ਆਫ ਪਬਲਿਕ ਹੈਲਥ ਇਸ ਨੂੰ ਲਾਂਚ ਕੀਤਾ ਹੈ। ਇਹਨਾਂ ਨੇ ਬੋਲਿਆ ਹੈ ਕਿ ਜਿੰਨੇ ਵੀ ਸਕੂਲਸ ਹੈਗੇ ਆ ਇਹ ਹੈਲਥ ਮੈਨੇਜਮੈਂਟ ਦੇ ਸੈਕਟਰ ਦੇ ਵਿੱਚ ਬਹੁਤ ਅੱਛਾ ਰੋਲ ਨਿਭਾ ਸਕਦੇ ਆ, ਇਸੇ ਲਈ ਇਸ ਕੈਂਪੇਨ ਨੂੰ ਸਟਾਰਟ ਕੀਤਾ ਗਿਆ। ਦੈਨ ਇੰਦਰਾ ਗਾਂਧੀ ਅਰਬਨ ਕ੍ਰੈਡਿਟ ਕਾਰਡ ਯੋਜਨਾ ਇੱਥੇ ਹੀ ਆਈ। ਇੰਡੀਆ ਦਾ ਪਹਿਲਾ ਔਰਗਨ ਸਮਾਰਕ ਇਹ ਜੈਪੁਰ ਦੇ ਵਿੱਚ ਬਣਿਆ। ਦੈਨ ਇੱਕ ਪੌਦਾ ਸੁਪੋਸ਼ਿਤ ਬੇਟੀ ਕੇ ਨਾਮ, ਇਹ ਕੈਂਪੇਨ ਵੀ ਆਪਾਂ ਬਹੁਤ ਅੱਛੀ ਤਰ੍ਹਾਂ ਪੜਿਆ ਹੋਇਆ, ਰਾਜਸਥਾਨ 'ਚ ਸਟਾਰਟ ਹੋਇਆ। ਦੈਨ ਇੱਥੇ ਆਪਣੇ BSF ਵੱਲੋਂ ਆਪਰੇਸ਼ਨ ਸਰਦ ਹਵਾ ਨੂੰ ਵੀ ਸਟਾਰਟ ਕੀਤਾ ਗਿਆ। ਓਕੇ, ਕੁਐਸਚਨ ਨੰਬਰ 9, which state has become the first to launch cyber security in power sector? ਉਹ ਸਟੇਟ ਦੱਸੋ ਜੋ ਕਿ ਪਹਿਲੀ ਬਣੀ ਹੈ ਜਿਸ ਨੇ ਪਾਵਰ ਸੈਕਟਰ ਦੇ ਵਿੱਚ ਸਾਈਬਰ ਸਿਕਿਉਰਿਟੀ ਨੂੰ ਲਾਂਚ ਕੀਤਾ ਹੈ। ਤਾਂ ਇਹ ਸਟੇਟ ਹੈ MP, ਮੱਧ ਪ੍ਰਦੇਸ਼। ਤਾਂ MP ਦੀ ਜੋ ਪਾਵਰ ਟਰਾਂਸਮਿਸ਼ਨ ਕੰਪਨੀ ਦਾ ਸਟੇਟ ਪਾਵਰ ਡਿਸਪੈਚ ਸੈਂਟਰ ਹੈ, ਇਹਨੇ ਬਿਨਾਂ ਕਿਸੇ ਐਕਸਪਰਟ ਕੰਸਲਟੈਂਟ ਦੀ ਹੈਲਪ ਤੋਂ ਸਾਈਬਰ ਕ੍ਰਾਈਸਿਸ ਤੋਂ ਬਚਣ ਵਾਸਤੇ ਨਾ ਇੱਕ ਪੂਰਾ ਪਲਾਨ ਹੈ ਜਿਸ ਨੂੰ ਇੰਪਲੀਮੈਂਟ ਕੀਤਾ ਹੈ ਔਰ ਇਸ ਸਕੀਮ ਨੂੰ ਗਵਰਨਮੈਂਟ ਆਫ ਇੰਡੀਆ ਦੀ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ CERT ਇਹਦੇ ਵੱਲੋਂ ਅਪਰੂਵਲ ਵੀ ਮਿਲ ਚੁੱਕਿਆ ਹੈ ਔਰ ਇਹ ਨਾ ਇੰਟਰਨੈਸ਼ਨਲ ਲੈਵਲ ਦਾ ਇੱਕ ਸਿਸਟਮ ਹੈ ਜਿਸ ਦੇ ਨਾਲ ਪਾਵਰ ਸੈਕਟਰ ਦੇ ਵਿੱਚ ਜੋ ਸਾਈਬਰ ਅਟੈਕ ਹੁੰਦੇ ਆ ਉਹਦੇ ਤੋਂ ਬਚਿਆ ਜਾ ਸਕੇਗਾ। ਹੁਣ ਇਸ ਸਿਸਟਮ ਦਾ ਜੋ ਇੰਪਲੀਮੈਂਟ ਅਗਰ ਹੋ ਜਾਂਦਾ ਹੈ ਤਾਂ ਇਸ ਤੋਂ ਬਾਅਦ MP ਦਾ ਜੋ ਪਾਵਰ ਟਰਾਂਸਮਿਸ਼ਨ ਕੰਪਨੀ ਹੈ ਇਹਦਾ ਸਾਰਾ ਹੀ ਸਿਸਟਮ ਸਾਈਬਰ ਹਮਲੇ ਤੋਂ ਬਚਿਆ ਰਹੇਗਾ, ਸੇਫ ਰਹੇਗਾ। ਹੁਣ ਇਹਦੀ ਜ਼ਰੂਰਤ ਕਿਉਂ ਪਈ ਹੈ? ਤਾਂ ਲਾਸਟ ਈਅਰ ਕੀ ਹੋਇਆ ਸੀ ਕਿ ਜੋ ਮੁੰਬਈ ਹੈ ਨਾ ਇਹਦਾ ਇਲੈਕਟ੍ਰਿਸਿਟੀ ਸਿਸਟਮ ਜੋ ਹੈ ਇਸ ਦੇ ਉੱਪਰ ਬਹੁਤ ਹੀ ਭਿਆਨਕ ਜੋ ਸਾਈਬਰ ਅਟੈਕ ਹੋਇਆ, ਰਾਈਟ। ਔਰ ਫਿਰ ਮੁੰਬਈ ਦੇ ਵਿੱਚ ਕਈ ਘੰਟਿਆਂ ਤੱਕ ਲਗਾਤਾਰ ਪਾਵਰ ਕੱਟ ਰਿਹਾ, ਬਿਜਲੀ ਨਹੀਂ ਆਈ। ਓਕੇ, ਤਾਂ ਉਸ ਵਾਰੀ ਫਿਰ ਜੋ ਗਵਰਨਮੈਂਟ ਆਫ ਇੰਡੀਆ ਹੈ ਇਹਨਾਂ ਨੇ ਇੰਸਟਰਕਸ਼ਨ ਦਿੱਤੀਆਂ ਸੀਗੀਆਂ
कि पूरे देश के लिए जो पावर सैक्टर के जिन्ने भी साइबर सिक्योरिटी सिस्टम है इसनूं हुण डेवलप किया जाना चाहिए। ओके यस। MP की कैपिटल भोपाल, गवर्नर मंगूभाई सी पटेल, CM शिवराज सिंह चौहान। रीसेंट नाल रिलेट करिए तो इत्थे ओरछा एंड ग्वालियर दो इदां दीयां थावां जिन्होंने यूनेस्को ने अपने एक कैंपेन नाम है हिस्टोरिक अर्बन लैंडस्केप प्रोजेक्ट, ठीक है, इहदे लई चुन लिया। हुण इन्हां दोनों ही सिटीज़ की जो डेवलपमेंट है यूनेस्को वालों की जाएगी। दैन इत्थे आया युवा शक्ति कोरोना मुक्ति अभियान। ऑलराइट, इहदे विच इन्हां ने कोरोना नूं कॉम्बैट करन दे लई नौजवानों की हैल्प लई है। दैन इत्थे पानी की संभाल लई एक कैंपेन चलाया गया, नाम है जल अभिषेकम कैंपेन। दैन EFIR सर्विस नूं इत्थे स्टार्ट किया गया, यानी कि ऑनलाइन भी तुसीं हुण FIR करवा सकोगे, पर यह पायलट प्रोजेक्ट है। अगर ये सही सक्सैसफुल रहा तो बाकी थावां ते भी इहनूं लॉन्च किया जाना है, ठीक है। बट हाल ही की घड़ी ये स्पैशल केसिस के लिए है, जिद्दां कि तुहाडे वहीकल की चोरी होगी या फिर तुहाडा कैश चोरी हो गया, इन्हां दी वैल्यू रहनी चाहिए 1 लाख तक, ठीक है, तो फिर तुसीं EFIR करवा सकते हो। दैन एक जिला एक शिल्प अभियान, ये उत्तराखंड वालों शुरू किया गया। नाम तो ही पता चल रहा होगा कि इस दे विच ना अलग अलग जिले लए गए ने, ठीक है, MP दे, और ये विच बोलिया गया है कि इन्हां जिलों की जो भी खासियत होएगी, इन्हां दी जिहड़ी भी आर्ट फॉर्म खास होएगी ना, उन्होंने डेवलप करने के लिए कैंपेन चलाया जाना है। दैन पहला रेलवे कोच वॉशिंग प्लांट, इसनूं हबीबगंज नाम की जगह के उपर बनाया गया, राइट। और ये विच ना जो कोच हुंदे हैं रेलवे के, इन्हों ऑटोमैटिक ही वॉश किया जा सकेगा और इसनूं वेस्ट सेंट्रल रेलवे वालों डेवलप किया गया। दैन इत्थे आई एक संकल्प योजना, इनू बजुर्गों के लिए लिया गया, वो वाले बजुर्ग जिहड़े कि बिल्कुल कल्ले रहिंदे ने, ठीक है, उन्हां दे बेसिक नीड्स नूं उन्हां दे डोर स्टैप तक पहुँचाया जाएगा संकल्प योजना के थ्रू। दैन MP दूसरी इदां दी स्टेट बनी इंडिया विच जिसने न्यू एजुकेशनल पॉलिसी नूं लॉन्च किया, इंप्लीमेंट किया, फॉलो किया, है ना। पहली किहड़ी हो जाएगी? कर्नाटका। क्वेश्चन नंबर 10, किचनवेयर ब्रांड वंडर शेफ हैज़ रोप्ड whom एज इट्स ब्रांड एम्बेसडर। तो किचनवेयर की जो ब्रांड है वंडर शेफ, इन्होंने अपना ब्रांड एम्बेसडर हाल ही दे नियुक्त किया है। पूछा गया है किन्होंने नियुक्त किया गया, ये रहनगे जी कृति सैनन, ठीक है। तो अगर आप वंडर शेफ के फाउंडर देखते हैं तो ये कौन है, एक तो है ने रवि सक्सेना, दूसरे शेफ का नाम सब ने सुनिया होना है, संजीव कपूर। ओके, इन्होंने दोनों ने इसनूं स्टार्ट किया सीगा एंड इसनूं 2009 दे विच स्टार्ट किया गया। इत्थे तुहानूं लिस्ट दी गई है कुछ इंपॉर्टेंट ब्रांड एम्बेसडर्स की, राइट। इन्होंने तुसीं बाद दे विच जरूर पढ़ना है। यस, 11th क्वेश्चन है, इंडिया एंड डैश ऑर्गेनाइज्ड स्ट्रैटेजिक क्लीन एनर्जी पार्टनरशिप। इंडिया दे नाल किहड़े देश ने एक ट्रीटी साइन की है, एक एग्रीमेंट साइन किया है, जिस दे नाल ये एनर्जी पार्टनरशिप जो होंगी ना, क्लीन एनर्जी पार्टनरशिप, इस दे विच इकट्ठे मिलके काम करेंगे। तो ये कंट्री है अमेरिका। ऑलराइट, इंडिया और अमेरिका ने आपस दे विच बोलिया है कि जिहड़ी साडी एनर्जी की पार्टनरशिप चल रही है, हुण असीं इसनूं की करना है, एक्सपैंड करना है, ठीक है, इसका फैसला लिया। इसे करके ही फिर इन्होंने ना हुण जिहड़े भी इन्हां दे कॉपरेशन के सैक्टर सीगे उन्हां विच एमरजिंग फ्यूल नूं भी ऐड कर लिया। ऑलराइट, और एस पार्टनरशिप का नाम की है, याद रखोगे, SCEP, मतलब US इंडिया स्ट्रैटेजिक क्लीन एनर्जी पार्टनरशिप। ऑलराइट, और ये विच ना हुण जो ये वाला है ना एमरजिंग फ्यूल, ये 5वें पिलर के तौर के उपर इनू शामिल किया गया। पहला पावर एंड एनर्जी एफिशिएंसी, ऑयल एंड गैस, रिन्यूएबल एनर्जी, सस्टेनेबल ग्रोथ एंड 5वां किहड़ा आ गया, एमरजिंग फ्यूल। इन्हां सारिਆਂ ਨੂੰ ही इहदे विच शामिल कर लिया गया, ठीक है। और अगर आप इत्थे गल करते हैं कि मिनिस्ट्री ऑफ पेट्रोलियम एंड नैचुरल गैस इंडिया दे ये कौन है ने, ये रहनगे हरदीप पुरी। ओके, यस। अमेरिका की कैपिटल वाशिंगटन DC, प्रेसिडेंट जो बाइडन, VP है ने कमला हैरिस जो कि इंडियन ने, और पहले फीमेल VP ने कित्थों दे, अमेरिका दी। रीसेंट न्यूज़ देखिए तो इत्थे डाका नाम का एक प्रोग्राम आया सी, डेफर्ड एक्शन फॉर चाइल्डहुड अराइवल, ठीक है। इनू ना शुरू कदों किया गया, इनू 2012 दे विच इत्थे दे जो फॉर्मर प्रेसिडेंट है ना बराक ओबामा, इन्होंने स्टार्ट किया सीगा। इहदे अंडर बोलिया कि गया सीगा कि वो वाले सारे ही लोग जिन्हों कि इलीगली USA दे विच लिआंदा गया, पर कदों, जदों वो माइनर सीगे, ठीक है,
ਤਾਂ ਇਹਨਾਂ ਨੂੰ ਅਸੀਂ ਇੱਕ ਕੁਝ ਸਪੈਸ਼ਲ ਰਾਈਟਸ ਦੇ ਦਿੰਨੇ ਆ। ਇਹ 2 ਸਾਲ ਦੇ ਲਈ ਕਲੇਮ ਕਰ ਸਕਦੇ ਨੇ ਡੀਪੋਰਟੇਸ਼ਨ ਦੇ ਲਈ, ਠੀਕ ਹੈ। ਪਰ ਹੁਣ ਕੀ ਬੋਲ ਦਿੱਤਾ ਗਿਆ, ਟੈਕਸਾਸ ਦੀ ਇੱਥੇ ਦੀ ਇੱਕ ਕੋਰਟ ਹੈ ਜਿਸ ਦੇ ਵਿੱਚ ਫੈਡਰਲ ਜੱਜ ਨੇ ਬੋਲ ਦਿੱਤਾ ਹੈ ਕਿ ਡਾਕਾ ਨੂੰ ਅਸੀਂ ਨਹੀਂ ਮੰਨਦੇ। ਕਿਸ ਲਈ? ਕਿਉਂਕਿ ਇਹਨਾਂ ਨੇ ਬੋਲਿਆ ਕਿ ਜੋ ਇੱਥੇ ਦੀ ਕਾਂਗਰਸ ਹੈ ਉਸਨੇ ਇਹਨੂੰ ਕਦੀ ਫਾਰਮਲੀ ਅਪਣਾਇਆ ਹੀ ਨਹੀਂ। ਓਕੇ, ਦੈਨ ਓਪਨ ਸਕਾਈਜ਼ ਟ੍ਰੀਟੀ ਨੂੰ ਛੱਡਣ ਵਾਲਾ ਅਮਰੀਕਾ, ਔਰ ਇੱਕ ਕੰਟਰੀ ਹੋਰ ਹੈ ਜਿਸਨੇ ਓਪਨ ਸਕਾਈ ਟ੍ਰੀਟੀ ਨੂੰ ਛੋੜਿਆ ਸੀ, ਉਹ ਸੀਗਾ ਰਸ਼ੀਆ। ਇਹਨਾਂ ਬਾਰੇ ਆਪਾਂ ਬਹੁਤ ਡਿਟੇਲ 'ਚ ਪਹਿਲਾਂ ਕਰ ਚੁੱਕੇ ਹਾਂ। ਓਕੇ, ਦੈਨ USA ਨੇ ਸੈਂਕਸ਼ਨ ਲਗਾ ਦਿੱਤਾ ਹੈ ਕਿਊਬਾ ਦੀ ਪੁਲਿਸ ਫੋਰਸ ਐਂਡ ਲੀਡਰਸ ਦੇ ਉੱਪਰ। ਕਿਸ ਲਈ? ਇੱਥੇ ਬਹੁਤ ਹੀ ਵੱਡੇ ਸਕੇਲ ਦੇ ਉੱਪਰ ਨਾ, ਲਾਰਜ ਸਕੇਲ ਦੇ ਉੱਪਰ ਪ੍ਰੋਟੈਸਟ ਚੱਲ ਰਿਹਾ, ਲੋਕ ਸੜਕਾਂ ਦੇ ਉੱਪਰ ਆ ਗਏ ਨੇ ਕਿਉਂਕਿ ਇੱਥੇ ਹੈਗੀ ਹੈ ਕਮਿਊਨਿਸਟ ਗਵਰਨਮੈਂਟ, ਠੀਕ ਹੈ। ਔਰ ਇੱਥੇ ਦੇ ਲੋਕ ਬੋਲ ਰਹੇ ਹੈ ਕਿ ਕਮਿਊਨਿਸਟ ਗਵਰਨਮੈਂਟ ਸਾਡੇ ਇਕਨੋਮੀ ਨੂੰ ਸਹੀ ਤਰ੍ਹਾਂ ਚਲਾ ਨਹੀਂ ਪਾ ਰਹੇ, ਲਗਾਤਾਰ ਨੀਚੇ ਜਾ ਰਹੀ ਹੈ। ਦੈਨ USA ਨੇ ਬੋਲਿਆ ਆ ਕਿ ਇਹ ਅਫਗਾਨ ਦੇ ਮਾਈਗ੍ਰੈਂਟਸ ਦੇ ਲਈ $100 ਮਿਲੀਅਨ ਦਾ ਇੱਕ ਫੰਡ ਹੈ ਜਿਸ ਨੂੰ ਦੇਣਗੇ, ਠੀਕ ਹੈ। ਆਫਟਰ ਦੈਟ ਇੱਕ ਨਵਾਂ ਕੁਐਡ ਗਰੁੱਪ ਇਸ ਨੂੰ ਬਣਾਇਆ ਗਿਆ ਆ USA ਦੇ ਵੱਲੋਂ। ਕਿਹੜੀਆਂ ਕੰਟਰੀਜ਼ 'ਚ ਸ਼ਾਮਿਲ ਹੋਣਗੀਆਂ? ਤਾਂ ਇਹ ਰਹਿਣਗੀਆਂ US, ਅਫਗਾਨਿਸਤਾਨ, ਪਾਕਿਸਤਾਨ, ਉਜ਼ਬੇਕਿਸਤਾਨ, ਠੀਕ ਹੈ। ਤਾਂ ਇਹ ਤੁਸੀਂ ਯਾਦ ਰੱਖਣਾ ਹੈਗਾ। ਇੱਥੇ ਹੀ ਇੱਕ ਹਾਰਟ ਬੀਟ ਨਾਮ ਦਾ ਬਿੱਲ ਆਇਆ ਜਿੰਦੀ ਕਾਫੀ ਜ਼ਿਆਦਾ ਅਪੋਜ਼ ਕੀਤਾ ਜਾ ਰਿਹਾ ਜਿਸ ਨੂੰ, ਠੀਕ ਹੈ, ਨਿਖੇਧੀ ਕੀਤੀ ਜਾ ਰਹੀ ਹੈ। ਇਹਦੇ ਵਿੱਚ ਬੋਲਿਆ ਗਿਆ ਕਿ ਅਗਰ ਇੱਕ ਵਾਰੀ ਤੁਹਾਡੇ ਅੰਦਰ ਫੀਟਸ ਦੀਆਂ ਦਿਲ ਦੀਆਂ ਧੜਕਣਾ ਸ਼ੁਰੂ ਹੋ ਜਾਂਦੀਆਂ ਪ੍ਰੈਗਨੈਂਟ ਵਿਮਨ ਦੇ ਅੰਦਰ, ਤਾਂ ਫਿਰ ਉਸ ਤੋਂ ਬਾਅਦ ਉਹਦਾ ਅਬੋਰਸ਼ਨ ਨਹੀਂ ਕੀਤਾ ਜਾਏਗਾ। ਇਹਨੂੰ ਫਿਰ ਬੈਨ ਮੰਨਿਆ ਜਾ ਰਿਹਾ ਹੈ। ਓਕੇ, ਤੇ ਯੂਜੂਅਲੀ 6 ਹਫ਼ਤਿਆਂ ਦੇ ਅੰਦਰ ਇਹ ਜੋ ਹਾਰਟ ਬੀਟ ਹੁੰਦੀ ਹੈ ਆ ਚੁੱਕੀ ਹੁੰਦੀ ਹੈ। ਓਕੇ, ਔਰ ਇਹ ਫਿਰ ਹੁਣ ਇਹਨਾਂ ਨੇ ਕੀ ਕਰ ਦਿੱਤਾ ਆ, ਬੈਨ ਕਰ ਦਿੱਤਾ ਇਸ ਅਬੋਰਸ਼ਨ ਨੂੰ। ਅੱਜ ਦਾ ਲਾਸਟ ਕੁਐਸਚਨ ਹੈ, ਵਿਚ ਸਟੇਟ ਹੈਜ਼ ਬਿਕਮ ਦ ਫਸਟ ਟੂ ਯੂਜ਼ ਡਰੋਨਸ ਟੂ ਡਿਲੀਵਰ ਮੈਡੀਸਿਨਸ। ਇਸ ਦੇ ਬਾਰੇ ਆਪਾਂ ਵੈਸੇ ਥੋੜਾ ਬਹੁਤ ਪਹਿਲਾਂ ਪੜ੍ਹਿਆ ਹੋਇਆ। ਇਹ ਕੀ ਹੈ, ਐਦਾਂ ਦੀ ਕਿਹੜੀ ਸਟੇਟ ਹੈ ਜੋ ਕਿ ਪਹਿਲੀ ਸਟੇਟ ਬਣੀ ਜਿਸ ਨੇ ਕਿ ਮੈਡੀਸਿਨ ਦੀ ਡਿਲੀਵਰੀ ਦੇ ਲਈ ਡਰੋਨ ਨੂੰ ਯੂਜ਼ ਕਰਨ ਨੂੰ ਯੈਸ ਕਰ ਦਿੱਤੀ ਹੈ? ਤਾਂ ਇਹ ਹੋ ਜਾਏਗੀ ਤੇਲੰਗਾਨਾ। ਆਲਰਾਈਟ, ਇਹ ਕਿਸ ਲਈ ਕੀਤਾ ਗਿਆ? ਤਾਂ ਕਿ ਮੈਡੀਸਿਨਸ ਦੀ, ਵੈਕਸੀਨ ਦੀ ਔਰ ਡੋਨਰ ਬਲੱਡ ਦੀ, ਇਹਨਾਂ ਦੀ ਜੋ ਡਿਲੀਵਰੀ ਹੈਗੀ ਹੈ ਇਹਨੂੰ ਰੂਰਲ ਏਰੀਆ ਜੋ ਕਿ ਦੂਰ ਦੂਰ ਵਸੇ ਹੋਏ ਹੈ ਇਹਨਾਂ ਤੱਕ ਆਸਾਨੀ ਦੇ ਨਾਲ ਔਰ ਫਾਸਟ ਪਹੁੰਚਾਇਆ ਜਾ ਸਕੇ, ਠੀਕ ਹੈ। ਔਰ ਇਹਨਾਂ ਦਾ ਇੱਕ ਇਨੀਸ਼ੀਏਟਿਵ ਹੈ, ਨਾਮ ਯਾਦ ਰੱਖਣਾ, ਇਹ ਹੈ ਮੈਡੀਸਿਨ ਫਰੋਮ ਦ ਸਕਾਈ, ਠੀਕ ਹੈ। ਇਹਦੇ ਅੰਡਰ ਹੀ ਇਸ ਇਨੀਸ਼ੀਏਟਿਵ ਨੂੰ ਹੁਣ ਸਟਾਰਟ ਕੀਤਾ ਜਾ ਰਿਹਾ ਹੈ। ਕਿਹੜਾ ਰॉकेट ਹੈ, ਕਿਹੜੀ ਫਲਾਈਟ ਹੈ, ਸਾਈਡ ਫਲਾਈਟ ਜਿਸ ਨੂੰ ਕਿ ਯੂਜ਼ ਕੀਤਾ ਜਾਏਗਾ? ਇਹ ਹੈ BVLOS, ਮਤਲਬ ਬਿਯੋਂਡ ਵਿਜ਼ੂਅਲ ਲਾਈਨ ਆਫ ਸਾਈਟ ਫਲਾਈਟਸ, ਠੀਕ ਹੈ। ਇਹਨੂੰ ਯੂਜ਼ ਕੀਤਾ ਜਾਣਾ ਹੈ। ਔਰ ਇਹਨੂੰ ਲਾਂਚ ਕਿਸਨੇ ਕੀਤਾ? ਆਪਣੇ ਸਿਵਲ एविएशन मिनिस्टर, नाम है ज्योतिरादित्य सिंधिया। ऑलराइट, यस। तेलंगाना दी कैपिटल हैदराबाद, गवर्नर तमिलिसाई सुंदरराजन, CM के चंद्रशेखर राव। हाँ जी, तो इत्थे ही तेलंगाना दे विच ही एक टैंपल है, नाम है रामप्पा टैंपल। इसनू इंडिया दी 39th वर्ल्ड हैरीटेज साइट वजों शामिल किया गया हाल ही दे विच ही। दैन दलित बंधु योजना, इसनू भी किन्ने शुरू किया सीगा? तेलंगाना ने, राइट। दैन फ्लिपकार्ट जो है इसने बोलिया है कि मेडिसिन फ्रॉम द स्काई जो प्रोजेक्ट है जिस बारे आप हुणे पढ़ रहे सी, है ना, इसनू लीड करेंगे, ठीक है। दैन तेलंगाना दी मानसा वाराणसी, ये पहले ये बने ने VLCC फेमिना मिस इंडिया वर्ल्ड 2020। ओके, और ये कित्थों बिलोंग करते हैं? तेलंगाना तो बिलोंग करते हैं। और हिस्ट्री दे विच पहली बारी होया जदों दा फेमिना मिस इंडिया स्टार्ट होया ना, पहली बारी होया कि इसनू वर्चुअली या फिर डिजिटल फॉर्म दे विच करवाया गया। ऑलराइट, तो ये अज का सैशन इत्थे ओवर हो रहा है। जो क्वेश्चन रह जाएंगे आप नैक्सट स्लाइड्स दे विच धीरे धीरे कवर कर लांगे। ऑलराइट, वैसे मैं कोशिश की है कि पिछे जो क्वेश्चन आते हैं उनके विच आपां ऑलमोस्ट सारे क्वेश्चन नू कवर कर दिए। अगर तुहानूं ये सैशन अच्छा लग्या तो प्लीज़ इनू लाइक एंड शेयर जरूर करना। इस दे विच तुसीं बिल्कुल कंजूसी ना करया करो, ओके, क्योंकि तुहाडे लाइक शेयर कमेंट ही मोटिवेशन दिंदे ने। और तुहाडे कमेंट मैं पर्सनली एक एक कमेंट पढ़ती हाँ जो भी पर्सन लिखते हैं, ठीक है। तो इसलिए कमेंट करके भी हौसला वधाया करो, लाइक एंड शेयर भी करा करो। ऑलराइट, फिर आपां मिलांगे हुण कल दे सैशन दे विच। टिल दैन टेक केयर, बाय बाय।